ਵਿਰਲੇਕ ਨੇ ਵਿਚਾਰਿਆ ਪੁਸਤਕ ਦੇ ਵਿੱਚ ਅਗਲਾ ਜੋ ਸਿਰਲੇਖ ਆ ਰਿਹਾ ਹੈ ਉਹ ਸਿਰਲੇਖ ਹੈ ਵੇਈਂ ਨਦੀ ਤੋਂ ਖਾਲਸੇ ਦੀ ਸਿਰਜਣਾ। ਵੇਈਂ ਨਦੀ ਉੱਤੇ ਬਹੁਤ ਸਾਰੇ ਜਿਹੜੇ ਵਿਚਾਰ ਨੇ ਉਹ ਆਮ ਸਾਡੇ ਵਿੱਚ ਪ੍ਰਚਲਿਤ ਨੇ। ਗੁਰੂ ਨਾਨਕ ਪਾਤਸ਼ਾਹ ਜੀ ਵੇਈਂ ਨਦੀ ਵਿੱਚ ਗਏ, ਅਕਾਲ ਪੁਰਖ ਕੋਲੇ ਗਏ, ਉਹਨਾਂ ਨੇ ਕਿਹਾ ਜਾ ਕੇ ਨਾਮ ਜਪਾਓ ਇਤਿਆਦਿਕ ਦੀਆਂ ਸਾਖੀਆਂ ਆਪਾਂ ਸੁਣਦੇ ਰਹੇ ਹਾਂ। ਆਓ ਵੇਈਂ ਨਦੀ ਦਾ ਜੋ ਸਿਧਾਂਤਕ ਪੱਖ ਜਾਂ ਗੁਰੂ ਸਾਹਿਬ ਨੇ ਵਿਚਾਰਧਾਰਾ ਸਾਨੂੰ ਬਖਸ਼ਿਸ਼ ਕੀਤੀ ਉਹਦਾ ਵਿਚਾਰ ਕਰਨ ਦਾ ਯਤਨ ਕਰੀਏ। ਵੇਈਂ ਨਦੀ ਤੋਂ ਖਾਲਸੇ ਦੀ ਸਿਰਜਣਾ। ਮਨੁੱਖ ਇੱਕ ਸਮਾਜਿਕ ਜੀਵ ਹੈ, ਇਸ ਲਈ ਇਹ ਸਮਾਜ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਪਰਿਵਾਰ, ਸਮਾਜ ਤੇ ਦੇਸ਼ ਤਦ ਹੀ ਕਾਇਮ ਰਹਿ ਸਕਦੇ ਹਨ ਜੇ ਇਸ ਦੀ ਕੋਈ ਨਿਯਮਾਵਲੀ ਨਿਰਧਾਰਿਤ ਕੀਤੀ ਹੋਵੇ। ਰਾਜਨੀਤਿਕ ਉਦੇਸ਼ ਦੁਆਰਾ ਸਮਾਜ ਤੇ ਰਾਜ ਕੀਤਾ ਜਾ ਸਕਦਾ ਹੈ ਅਤੇ ਸਦਾਚਾਰਕ ਨਿਯਮ ਦੁਆਰਾ ਮਨੁੱਖ ਦੀ ਅੰਦਰਲੀ ਬਣਤਰ ਬਣਦੀ ਹੈ। ਸਮਾਜ ਵਿੱਚ ਰਾਜਨੀਤਿਕ ਅਤੇ ਧਾਰਮਿਕ ਸਦਾਚਾਰਕ ਕਦਰਾਂ ਕੀਮਤਾਂ ਤਦ ਹੀ ਕਾਇਮ ਰਹਿ ਸਕਦੀਆਂ ਹਨ ਜੇ ਉਹ ਕੁਦਰਤੀ ਬੱਝਵੇਂ ਨਿਯਮ ਵਿੱਚ ਚੱਲ ਰਹੀਆਂ ਹੋਣ। ਜੇ ਇਹਨਾਂ ਵਿੱਚ ਵਿਗਾੜ ਪੈਦਾ ਹੋ ਜਾਏ ਤਾਂ ਸਮਾਜ ਦੀ ਹਾਲਤ ਉਸੇ ਬੇੜੀ ਵਰਗੀ ਹੋਏਗੀ ਜੋ ਬਿਨਾਂ ਮਲਾਹ ਤੋਂ ਮੁਸਾਫਰ ਲੈ ਕੇ ਆਪੇ ਹੀ ਦਰਿਆ ਵਿੱਚ ਚੱਲ ਪਵੇ। ਅਜਿਹੀ ਬੇੜੀ ਮੁਸਾਫਰਾਂ ਨੂੰ ਜ਼ਰੂਰ ਡੋਬੇਗੀ ਅਤੇ ਕਿਸੇ ਤਣ ਪੱਤਣ ਤੇ ਨਹੀਂ ਲਗਾਏਗੀ। ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਤੋਂ ਲੈ ਕੇ ਸੁਲਤਾਨਪੁਰ ਤੀਕ ਚੱਲਦਿਆਂ ਮਨੁੱਖੀ ਸਮਾਜ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਿਹਾਰਿਆ, ਵਿਚਾਰਿਆ, ਪੜਚੋਲਿਆ ਤੇ ਸਮਝਿਆ। ਮੈਂ ਇਹ ਸਤਰਾਂ ਫਿਰ ਇੱਕ ਵਾਰੀ ਦੁਹਰਾ ਦਿਆਂ। ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਤੋਂ ਲੈ ਕੇ ਸੁਲਤਾਨਪੁਰ ਤੀਕ ਚੱਲਦਿਆਂ ਮਨੁੱਖੀ ਸਮਾਜ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਿਹਾਰਿਆ, ਵਿਚਾਰਿਆ, ਪੜਚੋਲਿਆ ਤੇ ਸਮਝਿਆ। ਧਾਰਮਿਕ, ਰਾਜਨੀਤਿਕ, ਸਮਾਜਿਕ, ਇਸਤਰੀ ਦੀ ਹਾਲਤ ਅਤੇ ਆਰਥਿਕ ਪੱਖ ਦੀਆਂ ਹਿੱਲੀਆਂ ਹੋਈਆਂ ਚੂਲਾਂ ਦਾ ਜਾਇਜ਼ਾ ਲੈ ਕੇ ਮਨੁੱਖਤਾ ਦੀ ਅੰਦਰੂਨੀ ਤਸਵੀਰ ਸਮਾਜ ਦੇ ਸਾਹਮਣੇ ਰੱਖ ਦਿੱਤੀ। ਨਿਰਾ ਇੰਨਾ ਹੀ ਨਹੀਂ ਸਗੋਂ ਨਵੇਂ ਸਮਾਜ ਦੀ ਬਣਤਰ ਜੋ ਹਲੇਮੀ ਰਾਜ ਦੀ ਰੂਪ ਰੇਖਾ ਸੀ ਸੰਸਾਰ ਦੇ ਸਾਹਮਣੇ ਪੇਸ਼ ਕਰ ਦਿੱਤੀ। ਦੁਖਾਂਤ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਨੂੰ ਕੇਵਲ ਨਾਮ ਸਿਮਰਨ, ਪੂਜਾ, ਦਸਮ ਦੁਆਰ, ਜਨਮ ਮਰਨ ਦਾ ਗੇੜ, ਅਖੰਡ ਪਾਠਾਂ ਦੀਆਂ ਲੜੀਆਂ, ਬ੍ਰਹਮ ਗਿਆਨੀਆਂ ਦੀ ਗਿੱਦੜ ਭਰਮਾਰ, ਪਹੁੰਚੇ ਹੋਏ ਵਿਚਾਰਹੀਣ ਮਹਾਂਪੁਰਸ਼ਾਂ ਤੀਕ ਸੀਮਿਤ ਕਰਕੇ ਰੱਖ ਦਿੱਤੀ ਹੈ। ਮੁਲਕ ਨੂੰ ਆਜ਼ਾਦ ਕਰਾਉਣ ਲਈ ਪਰਵਾਨੇ ਸ਼ਹੀਦੀਆਂ ਦਿੰਦੇ ਰਹੇ ਹਨ, ਪਰ ਨਾਮ ਸਿਮਰਨ ਵਾਲੇ ਬੂਬਨੇ ਬਾਬੇ ਇਕੱਲੇ ਗੁਰੂ ਨਾਨਕ ਸਾਹਿਬ ਜੀ ਨੂੰ ਭੋਰਿਆਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਉਣ ਵਿੱਚ ਹੀ ਰੁੱਝੇ ਰਹੇ ਤੇ ਉਹਨਾਂ ਦੀ ਮਹਾਨ ਫਿਲਾਸਫੀ ਨੂੰ ਕਾਰ ਸੇਵਾ ਦੇ ਬਹਾਨੇ ਚਿੱਟੇ ਮਾਰਬਲ ਦੇ ਪੱਥਰਾਂ ਦੀਆਂ ਪਰਤਾਂ ਵਿੱਚ ਲੁਕਾਉਂਦੇ ਰਹੇ। ਡਾਕਟਰ ਕਿਰਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ ਦੀ ਪ੍ਰਵੇਸ਼ਿਕਾ ਵਿੱਚ ਬਹੁਤ ਕੀਮਤੀ ਖਿਆਲ ਦਿੰਦੇ ਹਨ। ਉਹਨਾਂ ਦੇ ਖਿਆਲ ਹੂਬਹੂ ਅੱਖਰ ਅੱਖਰ ਉਸੇ ਤਰ੍ਹਾਂ ਹੀ ਇਸ ਪੁਸਤਕ ਵਿੱਚ ਅੰਕਿਤ ਕੀਤੇ ਹਨ। ਲਓ ਡਾਕਟਰ ਕਿਰਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ ਵਿੱਚ ਕੀ ਲਿਖਦੇ ਹਨ। ਜਿੱਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ, ਉੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ ਮਿਥਿਹਾਸਕ ਰੰਗ ਭਰਿਆ। ਕਿਹੜੀਆਂ ਕੀਮਤੀ ਲਾਈਨਾਂ ਲਿਖੀਆਂ ਨੇ। ਮੇਰਾ ਖਿਆਲ ਹੈ ਵੀ ਜੇ ਇਹ ਲਿਖ ਕੇ ਲਾਈਆਂ ਹੋਣ ਗੁਰਦੁਆਰਿਆਂ ਦੇ ਵਿੱਚ ਤੇ ਘੱਟੋ ਘੱਟ ਸਾਡੇ ਪ੍ਰਚਾਰ ਕਰਨ ਵਾਲਿਆਂ ਨੂੰ ਸਮਝ ਆ ਸਕੇ ਕਿ ਇਹਨਾਂ ਲਾਈਨਾਂ ਦਾ ਕੀ ਅਰਥ ਹੈ। ਫਿਰ ਮੈਂ ਦੁਹਰਾ ਦਿਆਂ, ਜਿੱਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ, ਉੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ ਮਿਥਿਹਾਸਕ ਰੰਗ ਭਰਿਆ। ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਕਹਿਣਾ ਆਰੰਭ ਕਰ ਦਿੱਤਾ। ਇਸੇ ਕਰਕੇ ਦਾਵਸਤਾਨ ਮਜ਼ਾਹਬ ਜੋ 17ਵੀਂ ਸਦੀ ਦੀ ਕਿਰਤ ਹੈ ਵਿੱਚ ਲਿਖਿਆ ਹੈ, ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਮੰਨਿਆ ਜਾਂਦਾ ਸੀ। ਸਾਰਾ ਸਾਲ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਅਕਸਰ ਚੱਲਦੇ ਰਹਿੰਦੇ ਹਨ ਤੇ ਇਹਨਾਂ ਵਿੱਚ ਕੇਵਲ ਕਰਾਮਾਤੀ ਸ਼ਕਤੀਆਂ ਜਾਂ ਹਿੰਦੂ ਮਿਥਿਹਾਸ ਦੀਆਂ ਗੈਰ ਕੁਦਰਤੀ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਫਿਲਾਸਫੀ ਕੇਵਲ ਬੱਤੀਆਂ ਬੰਦ ਕਰਕੇ, ਸਰੀਰ ਹਿਲਾ ਕੇ, ਸਿਰ ਫੇਰ ਕੇ ਨਾਮ ਜਪਣ,
ਦੁਪਹਿਰੇ ਚੁਪਹਿਰੇ ਜਪ ਤਪ ਅਖੰਡ ਪਾਠਾਂ ਦੀਆਂ ਲੜੀਆਂ ਨਗਰ ਕੀਰਤਨਾਂ ਦੀ ਭਰਮਾਰ ਕੀਰਤਨ ਦਰਬਾਰਾਂ ਅਤੇ ਬਿਨਾਂ ਲੋੜ ਤੋਂ ਸੜਕਾਂ ਤੇ ਲੰਗਰ ਵਰਤਾਉਣ ਵਿੱਚ ਸੁੰਗੜ ਕੇ ਰਹਿ ਗਈ ਹੈ। ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਪੜਚੋਲਿਆ ਤੇ ਕਿਹਾ, ਰਾਜਨੀਤੀ ਵਿੱਚੋਂ ਇਨਸਾਨੀਅਤ ਦਾ ਤੱਤ ਖਤਮ ਹੋਣ ਕਰਕੇ ਇਸ ਜ਼ੁਲਮ ਦੀਆਂ ਹੱਦਾਂ ਬੰਨੇ ਟੱਪ ਗਈ ਹੈ, ਜਿਸ ਕਰਕੇ ਧਰਮ ਵਰਗੀਆਂ ਸੱਚਾਈਆਂ ਪੰਛੀਆਂ ਦੇ ਖੰਭਾਂ ਵਾਂਗ ਉੱਡ ਗਈਆਂ ਹਨ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਹੋਂ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰਦ ਖਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਵਾਰਮਾਜ ਮਹੱਲਾ ਪਹਿਲਾ ਪੰਨਾ 145। ਬੇਇਨਸਾਫੀ ਦੀ ਖੁੰਡੀ ਛੁਰੀ ਨਾਲ ਰਾਜੇ ਪਰਜਾ ਨੂੰ ਛਿਲ ਰਹੇ ਸਨ, ਕਿਉਂਕਿ ਧਰਮ ਉਨ੍ਹਾਂ ਵਿੱਚੋਂ ਉੱਡ ਗਿਆ ਸੀ। ਕੂੜ ਕੁਫਰ ਦੀ ਹਨੇਰੀ ਰਾਤ ਵਿੱਚ ਸੱਚ ਚੰਦਰਮਾ ਦਾ ਭਾਲਿਆਂ ਵੀ ਨਹੀਂ ਲੱਭਦਾ ਸੀ। ਗੁਰੂ ਸਾਹਿਬ ਕਹਿ ਰਹੇ ਸਨ ਕਿ ਮੈਂ ਸੱਚ ਦੇ ਚੰਦਰਮਾ ਨੂੰ ਲੱਭ ਕੇ ਵਿਆਕੁਲ ਹੋ ਗਿਆ ਹਾਂ, ਮੈਨੂੰ ਹਨੇਰੇ ਵਿੱਚ ਕੋਈ ਰਾਹ ਦਿਸਦਾ ਨਹੀਂ। ਅਸਲ ਦੁਨੀਆ ਵਿੱਚ ਹਨੇਰੇ ਦਾ ਮੂਲ ਕਾਰਨ ਹਉਮੈ ਹੈ। ਇਸ ਤੋਂ ਖਲਾਸੀ ਕਿਵੇਂ ਹੋਏ? ਇਹਨਾਂ ਡੂੰਘੀਆਂ ਵਿਚਾਰਾਂ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿੱਚ ਉਤਰੇ। ਤੱਤ ਦੀ ਗੱਲ ਸਮਝਣ ਦੀ ਥਾਂ ਗੁਰੂ ਨਾਨਕ ਸਾਹਿਬ ਨੂੰ ਗੈਰ ਕੁਦਰਤੀ ਢੰਗ ਨਾਲ 3 ਦਿਨ ਪਾਣੀ ਵਿੱਚ ਬਿਠਾ ਕੇ ਸਾਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ। ਸਾਰੀਆਂ ਜਨਮ ਸਾਖੀਆਂ ਵਿੱਚ ਜੋ ਵੇਈਂ ਨਦੀ ਦੀ ਘਟਨਾ ਆਈ ਹੈ, ਉਸ ਨੂੰ ਸਰਦਾਰ ਕਿਰਪਾਲ ਸਿੰਘ ਨੇ ਇੱਕ ਥਾਂ ਤੇ ਹੀ ਫੁੱਟਨੋਟ ਦੇ ਰੂਪ ਵਿੱਚ ਦੇ ਦਿੱਤਾ ਹੈ, ਜਿਹਾ ਕਿ ਸੁਲਤਾਨਪੁਰ ਰਹਿੰਦਿਆਂ ਨਾਨਕ ਜੀ ਹਰ ਰੋਜ਼ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਜਿਸ ਥਾਂ ਤੇ ਉਹ ਇਸ਼ਨਾਨ ਕਰਨ ਜਾਂਦੇ ਸਨ, ਉਹ ਥਾਂ ਨਗਰ ਤੋਂ ਪੱਛਮ ਵੱਲ ਅੱਧ ਮੀਲ ਦੂਰ ਤੇ ਵੇਈਂ ਨਦੀ ਦੇ ਰਮਣੀਕ ਕਿਨਾਰੇ ਤੇ ਸੀ। ਸਥਾਨਕ ਰਵਾਇਤ ਅਨੁਸਾਰ ਇਸ ਥਾਂ ਦੇ ਨਾਲ ਹੀ ਇੱਕ ਮੁਸਲਮਾਨ ਫਕੀਰ ਅੱਲਾ ਦਿੱਤਾ ਖਰਬੂਜ਼ੇ ਸ਼ਾਹ ਦੀ ਕੁਟੀਆ ਸੀ, ਜਿਸ ਨਾਲ ਨਾਨਕ ਜੀ ਕਦੀ-ਕਦੀ ਬਚਨ ਬਿਲਾਸ ਕਰਿਆ ਕਰਦੇ ਸਨ। ਇਹਦਾ ਅਰਥ ਹੈ ਕਿ ਵੇਈਂ ਨਦੀ ਦੇ ਕੰਢੇ ਉੱਤੇ ਫਕੀਰ ਅੱਲਾ ਦਿੱਤਾ ਦਾ ਭਾਵ ਫਕੀਰ ਖਰਬੂਜ਼ੇ ਸ਼ਾਹ ਦਾ ਡੇਰਾ ਸੀ, ਕੁਟੀਆ ਸੀ। ਗੁਰੂ ਸਾਹਿਬ ਉਹਦੇ ਨਾਲ ਜ਼ਰੂਰ ਬਚਨ ਬਿਲਾਸ ਕਰਿਆ ਕਰਦੇ ਸਨ। ਭਾਈ ਬਾਲੇ ਵਾਲੀ ਜਨਮਸਾਖੀ ਲਿਖਿਆ ਹੈ, ਰੋਜ਼ ਵਾਂਗ ਨਾਨਕ ਜੀ ਇਸ਼ਨਾਨ ਕਰਨ ਗਏ, ਪਰ ਕੁਝ ਸਮੇਂ ਤਾਈਂ ਨਾਨਕ ਜੀ ਬਾਹਰ ਨਾ ਆਏ ਤਾਂ ਟਹਿਲੀਏ ਨੇ ਘਰ ਆ ਕੇ ਦੱਸਿਆ ਕਿ ਅੱਜ ਨਾਨਕ ਜੀ ਵੇਈਂ ਨਦੀ ਵਿੱਚੋਂ ਬਾਹਰ ਨਹੀਂ ਆਏ। ਡਾਕਟਰ ਕਿਰਪਾਲ ਸਿੰਘ ਜੀ ਲਿਖਦੇ ਹਨ ਕਿ ਇਉਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਵੇਈਂ ਨਦੀ ਦੇ ਦੂਸਰੇ ਕੰਢੇ ਤੇ ਜਾ ਕੇ ਕਿਸੇ ਇਕਾਂਤ ਥਾਂ ਤੇ ਪ੍ਰਮਾਤਮਾ ਨਾਲ ਜੁੜ ਗਏ। ਅੱਗੇ ਲਿਖਦੇ ਹਨ, ਇਸ ਅਵਸਥਾ ਦਾ ਵੱਖ-ਵੱਖ ਵਰਣਨ ਜਨਮ ਸਾਖੀਆਂ ਵਿੱਚ ਦਿੱਤਾ ਗਿਆ ਹੈ। ਵਲਾਇਤ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਆਗਿਆ ਪਰਮੇਸ਼ਰ ਕੀ ਨਾਲ ਸੇਵਕ ਲੈ ਗਏ, ਦਰਗਾਹ ਪਰਮੇਸ਼ਰ ਕੀ ਸੇਵਕਾਂ ਜਾਏ ਅਰਜ਼ ਕੀਤੀ ਕਿ ਨਾਨਕ ਹਾਜ਼ਰ ਹੈ, ਅੰਮ੍ਰਿਤ ਦਾ ਕਟੋਰਾ ਭਰ ਆਗਿਆ ਨਾਲ ਮਿਲਿਆ। ਇਸੇ ਤਰ੍ਹਾਂ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਨਾਨਕ ਦਾ ਅਕਾਲ ਪੁਰਖ ਕੋਲ ਜਾਣਾ ਤੇ ਦੁੱਧ ਦਾ ਕਟੋਰਾ ਪੀਣਾ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਸੰਬੰਧੀ ਵਿਚਾਰ ਦਿੱਤੇ ਹਨ। ਉਹ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਮੌਜੂਦ ਹੈ। ਸਾਰਿਆਂ ਹਿਰਦਿਆਂ ਵਿੱਚ ਪ੍ਰਮਾਤਮਾ ਦੀ ਜੋਤ ਇਕਸਾਰ ਚੱਲ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਕ ਹੈ। ਉਹਨਾਂ ਦੀਆਂ ਸਤਰਾਂ ਹਨ, ਉਹਨਾਂ ਦੀਆਂ ਤੁਕਾਂ ਹਨ। ਇਹਦਾ ਅਰਥ ਹੈ ਰੱਬ ਸਰਵ ਵਿਆਪਕ ਹੈ, ਕਿਸੇ ਵੱਖਰੇ ਥਾਂ ਦੇ ਉੱਤੇ ਨਹੀਂ। ਪਰ ਅਸੀਂ ਵੇਈਂ ਨਦੀ ਦੀ ਸਾਖ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਕਿਤੇ ਰੱਬ ਨੂੰ ਵੱਖਰਿਆਂ ਤੌਰ ਤੇ ਮਿਲਣ ਵਾਸਤੇ ਗਏ। ਗੁਰੂ ਸਾਹਿਬ ਹਿਰਦੇ ਵਿਚਲੇ ਰੱਬ ਜੀ ਪਾਸ ਗਏ, ਭਾਵ ਆਪਣੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰ ਕੇ ਡੂੰਘੀਆਂ ਵਿਚਾਰਾਂ ਕੀਤੀਆਂ ਕਿ ਮਨੁੱਖਤਾ ਦੇ ਭਲੇ ਲਈ ਇੱਕ ਪ੍ਰੋਗਰਾਮ ਉਲੀਕਿਆ, ਜਿਸ ਨੂੰ 10 ਹਿੱਸਿਆਂ ਵਿੱਚ ਵੰਡਿਆ ਤੇ ਆਦਰਸ਼ ਰੱਖਿਆ ਸਚਿਆਰ ਮਨੁੱਖ ਬਣਨ ਦਾ। ਮੈਂ ਫਿਰ ਦੁਹਰਾ ਦਿਆਂ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਰੱਬ ਹੈ ਉਹ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਉਹ ਸਾਡੇ ਹਿਰਦੇ ਵਿੱਚ ਵੀ ਹੈ। ਗੁਰੂ ਸਾਹਿਬ ਜੀ ਵੇਈਂ ਨਦੀ ਤੇ ਬੈਠ ਕੇ ਜਾਂ ਉਹ ਫਕੀਰ ਅੱਲਾ ਦਿੱਤਾ ਦੇ ਕੋਲ ਬੈਠ ਕੇ ਇੱਕ ਚਿੰਤਨ, ਇੱਕ ਵਿਚਾਰ, ਇੱਕ ਮਨ ਦੇ ਅੰਦਰ ਕਿ ਮਨੁੱਖਤਾ ਦੇ ਭਲੇ ਲਈ ਕੀ ਕੀਤਾ ਜਾਵੇ, ਇਸ ਪ੍ਰੋਗਰਾਮ ਨੂੰ ਉਹਨਾਂ ਨੇ 10 ਹਿੱਸਿਆਂ ਵਿੱਚ ਵੰਡਿਆ ਔਰ ਸਚਿਆਰ ਮਨੁੱਖ ਤਾਂ ਕਿ ਬਣ ਜਾਵੇ ਔਰ ਸੰਸਾਰ ਦਾ ਭਲਾ ਹੋ ਸਕੇ। ਹਿਰਦੇ ਦੀ ਵੇਈਂ ਨਦੀ ਵਿੱਚੋਂ ਬਾਹਰ ਆ ਕੇ ਨਾਨਕ ਜੀ ਨੇ ਜੋ ਪਹਿਲਾ ਉਪਦੇਸ਼ ਦਿੱਤਾ ਉਹ ਇਹ ਸੀ ਕਿ ਪ੍ਰਮਾਤਮਾ ਇੱਕ ਹੈ,
ना कोई हिंदू है ते ना कोई मुसलमान है। ਅਸੀਂ ਸਾਰੇ ਇਨਸਾਨ ਹਾਂ। ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਧਰਮ ਦੇ ਪੁਜਾਰੀ ਰਾਜਨੀਤਿਕ ਆਗੂਆਂ ਨਾਲ ਮਿਲ ਕੇ ਨਿਮਾਣੀ ਮਨੁੱਖਤਾ ਦਾ ਖੂਨ ਪੀ ਰਹੇ ਹਨ ਤੇ ਸਮੁੱਚੇ ਸਮਾਜ ਦੀ ਸਾਰੀ ਤਾਣੀ ਉਲਝੀ ਪਈ ਹੈ। ਜੋਗੀ, ਮੁੱਲਾ, ਕਾਜ਼ੀ ਤੇ ਬ੍ਰਾਹਮਣ ਨੇ ਧਰਮ ਦੇ ਨਾਂ ਤੇ ਭੋਲੀ ਭਾਲੀ ਲੁਕਾਈ ਨੂੰ ਆਪਣੇ ਮਕੜੀ ਜਾਲ ਵਿੱਚ ਫਸਾਇਆ ਹੋਇਆ ਹੈ। ਇਹਨਾਂ ਬਾਰੇ ਜੋ ਨਜ਼ਰੀਆ ਗੁਰੂ ਸਾਹਿਬ ਦਾ ਹੈ ਉਹ ਉਨ੍ਹਾਂ ਦੀ ਬਾਣੀ ਵਿੱਚ ਅੰਕਿਤ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਰਾਜੇ ਸ਼ੀਹਾਂ ਵਾਂਗ ਖੁੰਖਾਰ ਤੇ ਮੁਕੱਦਮ ਕੁੱਤਿਆਂ ਵਾਂਗ ਲੋਭੀ ਹੋ ਕੇ ਤਿੱਖੀਆਂ ਨੌਂਦਰਾਂ ਨਾਲ ਪਰਜਾ ਦਾ ਮਾਸ ਨੋਚ ਰਹੇ ਸੀ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਜਿੱਥੇ ਜੀ ਹੋਸੀ ਸਾਰ, ਨੱਕੀ ਵੱਢਣੀ ਲਾ ਇਤਬਾਰ। ਵਾਰ ਮਲਾਰ ਮਹੱਲਾ ਪਹਿਲਾ, ਪੰਨਾ 1288। ਗੱਲ ਕੀ, ਸਮਾਜ ਦੇ ਬਿਖਰ ਚੁੱਕੇ ਢਾਂਚੇ ਦੇ ਬਖੀਏ ਉਧੇੜਦਿਆਂ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹਰ ਪੱਖ ਨੂੰ ਉਜਾਗਰ ਕੀਤਾ ਹੈ। ਇੱਕ ਨਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਇਸ ਕੂੜ ਕਬਾੜ ਨੂੰ ਮਨੁੱਖੀ ਸੁਭਾਅ ਵਿੱਚੋਂ ਕੱਢਣਾ ਚਾਹੁੰਦੇ ਹਨ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾਹ ਭਰੇ ਮਰਦਾਰ। ਗਿਆਨੀ ਨੱਚੇ ਵਾਜੇ ਵਾਵੇਂ, रूप करें श्रृंगार। ऊंचे कूकें वादा गावें, जोधा का विचार। मूर्ख पंडित हिकमत हुज्जत, संजय करें प्यार। धर्मी धर्म कर हैं, गावाम है, मंग है मोख द्वार। जति सदाम है, जुगत न जान है, छड़ बह कर बार। सबको पूरा आपे होवे, काट न कोई आखै। पत परवाना पिछे पाइयै, तन नानक तोलिया जापै। वार आसा महला पहला, पन्ना 469। इस सलोक विच गुरु नानक साहब जी ने ਗਿਆਨ ਤੋਂ ਹੀਣ ਅਗਿਆਨੀ, ਮੂਰਖ ਪੰਡਤ, ਗਰਜ਼ਾਂ ਵਿੱਚ ਅੰਨੀ ਹੋਈ ਪਰਜਾ, ਜ਼ਿੰਦਗੀ ਦੀਆਂ ਹਕੀਕਤਾਂ ਤੋਂ ਭੱਜਣ ਵਾਲੇ ਜੋਗੀ ਜਤੀਆਂ ਦੀ ਅਸਲੀਅਤ ਸੰਸਾਰ ਦੇ ਸਾਹਮਣੇ ਰੱਖ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਇਹ ਸਾਰੀਆਂ ਸਮੱਸਿਆਵਾਂ ਮੂੰਹ ਚੜਾ ਰਹੀਆਂ ਸਨ, ਪਰ ਉਹ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸਨ ਜਿਸ ਵਿੱਚ ਸਚਿਆਰ ਮਨੁੱਖ ਰਹਿੰਦਾ ਹੋਵੇ। ਹਲੇਮੀ ਰਾਜ ਦੀ ਸਥਾਪਨਾ ਕਰਦਿਆਂ ਉਨ੍ਹਾਂ ਨੇ ਬੇਗਮਪੁਰ ਤੇ ਕਰਤਾਰਪੁਰ ਦੇ ਵਾਸੀਆਂ ਦੀ ਨੀਂਹ ਕੁਦਰਤੀ ਹਕੀਕਤਾਂ 'ਤੇ ਰੱਖੀ ਜੋ 2 ਦੂਣੀ 4 ਵਾਂਗ ਅਟੱਲ ਹਨ, ਸੱਚ ਹਨ, ਸਦੀਵ ਕਾਲ ਹਨ। ਉਹ ਕਿਹੜੀਆਂ ਹਕੀਕਤਾਂ ਨੇ ਜਿਨ੍ਹਾਂ ਉੱਤੇ ਉਨ੍ਹਾਂ ਨੇ ਆਪਣਾ ਮਿਸ਼ਨ ਜਿਹੜਾ ਹੈ ਉਹ ਆਰੰਭਿਆ? ਉਹ ਹਕੀਕਤਾਂ ਨੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਅਤੇ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਨਾਨਕ ਦੁਖੀਆ ਸਭ ਸੰਸਾਰ, ਕੂੜ ਨਿਖੋਟੇ ਨਾਨਕਾ ਊੜਕ ਸੱਚ ਰਹੀ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾਨ। ਸੰਸਾਰ ਰੋਗੀ ਨਾਮਦਾਰੂ, ਮੈਲ ਲਾਗੈ ਸੱਚ ਬਿਨਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਜੋ ਦਰ ਰਹੇ ਸੋ ਉਭਰੈ, ਨਾਨਕ ਅਜਬ ਡਿਠ। ਪਵਨ ਆਰੰਭ ਸਤਿਗੁਰ ਮਤਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅੰਦਰਲੀ ਰੂਹਾਨੀਅਤ ਨੂੰ ਕਾਇਮ ਕਰਨ ਲਈ ਆਦਰਸ਼ਕ ਮਨੁੱਖ ਦਾ ਨਾਂ ਉਨ੍ਹਾਂ ਨੇ ਸਚਿਆਰ ਰੱਖਿਆ ਹੈ। ਡਾਕਟਰ ਤਾਰਨ ਸਿੰਘ ਜੀ ਦੇ ਕਥਨ ਅਨੁਸਾਰ ਇਸੇ ਸਚਿਆਰ ਨੂੰ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਸ਼ਿਕ, ਗੁਰੂ ਅਮਰਦਾਸ ਜੀ ਨੇ ਭਗਤ, ਗੁਰੂ ਰਾਮਦਾਸ ਜੀ ਨੇ ਸੇਵਕ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿੱਖ ਕਹਿ ਕੇ ਵਡਿਆਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ਨਰ ਸ਼ਬਦ ਨਾਲ ਸੰਬੋਧਨ ਕੀਤਾ ਹੈ, ਜਦੋਂ ਕਿ ਇਸੇ ਕਿਰਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਆਖਿਆ ਹੈ। ਵੇਈਂ ਨਦੀ ਦੇ ਕੰਢੇ ਤੇ ਬੈਠ ਕੇ ਤੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ਖਾਲਸ ਮਨੁੱਖ ਦੀ ਸਿਰਜਣਾ ਕਰ ਦਿੱਤੀ। ਜਿਸ ਨੂੰ ਗੁਰੂ ਸਾਹਿਬ ਨੇ ਸਚਿਆਰ ਕਿਹਾ ਹੈ, ਇਹ ਅਜਿਹੀ ਸਿਰਜਣਾ ਸੀ ਜੋ ਹਰ ਪੱਖ ਤੋਂ ਮੁਕੰਮਲ ਸੀ। ਪਰ ਜਦੋਂ ਅੱਜ ਦੇ ਖਾਲਸਾ ਵੱਲ ਨਿਗਾਹ ਮਾਰਦੇ ਹਾਂ ਤਾਂ ਇਹ ਬਾਬਾਵਾਦ,
ਡੇਰਾਵਾਦ ਚੋਲਾਵਾਦ ਦਾ ਸ਼ਿਕਾਰ ਹੋ ਕੇ ਵੱਖ-ਵੱਖ ਕਰਮਕਾਂਡਾਂ ਵਿੱਚ ਫਸ ਕੇ ਰਹਿ ਗਿਆ ਹੈ। ਵੇਈਂ ਨਦੀ ਤੋਂ ਸ਼ੁਰੂ ਹੋ ਕੇ ਸਚਿਆਰ ਨੇ ਖਾਲਸੇ ਦੀ ਮੁਕੰਮਲਤਾ ਤੀਕ ਦਾ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਮੱਝਾਂ ਚਾਰਨੀਆਂ, ਸੱਚਾ ਸੌਦਾ ਕਰਨਾ, ਮੋਦੀ ਦੀ ਕਾਰ ਕਰਨੀ ਇਤਿਆਦਿਕ ਖਾਲਸੇ ਦੀ ਸਿਰਜਣਾ ਵਿੱਚ ਮੋਤੀਆਂ ਵਾਂਗ ਜੜੇ ਹੋਏ ਦਿਸਦੇ ਹਨ। ਪਰ ਸਹੀ ਅਰਥਾਂ ਵਿੱਚ ਖਾਲਸੇ ਦੀ ਨੀਂਹ ਵੇਈਂ ਨਦੀ ਤੋਂ ਹੀ ਆਰੰਭ ਕੀਤੀ। ਵੇਈਂ ਨਦੀ ਦਾ ਸੰਕਲਪ ਜਦੋਂ ਵੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਇਹ ਸਾਨੂੰ ਦ੍ਰਿੜ ਫੈਸਲੇ ਲੈਣ ਲਈ ਪ੍ਰੇਰਣਾ ਦਿੰਦਾ ਹੈ। ਵੇਈਂ ਨਦੀ ਪਰਿਵਾਰਕ ਮੋਹ ਤੋਂ ਉੱਪਰ ਉੱਠਣ ਦਾ ਸੁਨੇਹਾ ਦਿੰਦੀ ਹੈ। ਵੇਈਂ ਨਦੀ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਪਾਰਦਰਸ਼ਤਾ ਦਾ ਸਬੂਤ ਦੇ ਰਹੀ ਹੈ। ਵੇਈਂ ਨਦੀ ਦੁਕਾਨਦਾਰੀ ਲਈ ਇੱਕ ਪ੍ਰੇਰਨਾ ਸਰੋਤ ਹੈ। ਵੇਈਂ ਨਦੀ ਧਾਰਮਿਕ ਪੁਜਾਰੀਆਂ ਦੇ ਪਖੰਡ ਦਾ ਪਰਦਾ ਉਠਾਉਂਦੀ ਹੈ। ਵੇਈਂ ਨਦੀ ਹਾਕਮ ਨੂੰ ਆਪਣੇ ਅੰਦਰ ਝਾਕਣ ਦਾ ਪਤਾ ਦੱਸਦੀ ਹੈ। ਵੇਈਂ ਨਦੀ ਦੇ ਕਿਨਾਰੇ ਤੇ ਬੈਠ ਕੇ ਹਿਰਦੇ ਰੂਪੀ ਵੇਈਂ ਨਦੀ ਵਿੱਚ ਉਤਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ 3 ਸਿਧਾਂਤ ਦਿੱਤੇ। ਪਹਿਲਾ ਕਿਰਤ ਕਰਨੀ, ਭਾਵ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ, ਵਿਹਲੜ ਸਾਧ ਲਾਣੇ ਤੋਂ ਕੌਮ ਨੂੰ ਮੁਕਤ ਕਰਾਉਣਾ। ਦੂਜਾ ਨਾਮ ਜਪਣਾ, ਇਸ ਦਾ ਭਾਵ ਹੈ ਆਪਣੇ ਫਰਜ਼ਾਂ ਦੀ ਪਛਾਣ ਕਰਨੀ। ਪਰ ਡੇਰਾਵਾਦ ਬਿਰਤੀ ਨੇ ਨਾਮ ਜਪਣ ਨੂੰ ਰਿਧੀਆਂ ਸਿੱਧੀਆਂ ਨਾਲ ਜੋੜ ਕੇ ਬੱਤੀਆਂ ਬੰਦ ਕਰਨ ਤੱਕ ਸੀਮਿਤ ਕਰ ਦਿੱਤਾ ਹੈ, ਜੋ ਵੇਖੋ ਵੇਖੀ ਕਰਮਕਾਂਡ ਦੀ ਭੇਟ ਚੜ੍ਹ ਗਿਆ ਹੈ। ਤੀਜਾ ਵੰਡ ਕੇ ਛਕਣਾ, ਜੋ ਸਮਾਜਿਕ ਬਰਾਬਰੀ ਦਾ ਪਹਿਰੇਦਾਰ ਹੋ ਕੇ ਰੂਹਾਨੀਅਤ ਦਾ ਲਖਾਇਕ ਬਣਦਾ ਹੈ। ਭਾਈ ਗੁਰਦਾਸ ਜੀ ਨੇ ਇਹਨਾਂ 3 ਸਿਧਾਂਤਾਂ ਦਾ ਨਾਂ ਨਿਰਮਲ ਪੰਥ ਰੱਖਿਆ ਹੈ। ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹਲੀਮੀ ਰਾਜ ਵਿੱਚ ਰਹਿਣ ਵਾਲੇ ਨੇ ਅੰਦਰੋਂ ਬੇਗਮ ਬੁਰੇ ਤੇ ਬਾਹਰੋਂ ਕਰਤਾਰ ਨਾਲ ਜੁੜੇ ਹੋਣ ਦੇ ਸੰਕਲਪ ਨੂੰ 10 ਭਾਗਾਂ ਵਿੱਚ ਵੰਡ ਕੇ ਸੰਸਾਰ ਤੇ ਇੱਕ ਮਹਿਕ ਵੰਡੀ ਹੈ। ਸਰੀਰ 10 ਬਦਲੇ ਹਨ, ਪਰ ਸਿਧਾਂਤ ਜੋਤ ਇੱਕ ਹੀ ਰਿਹਾ ਹੈ। ਜੋਤ ਉਹਾ ਜੁਗਤ ਸਾਏ ਸੈ ਕਾਇਆ ਫਿਰ ਪਲਟੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇੱਕ ਪਾਸੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ, ਦੂਸਰੇ ਪਾਸੇ ਸੜ ਰਿਹਾ ਸੰਸਾਰ ਜੋ ਪੁਰਾਣੀਆਂ ਰਜ਼ਾਈਆਂ ਵਿੱਚ ਉੰਘਲਾਈ ਜਾ ਰਿਹਾ ਸੀ, ਉਹਨਾਂ ਨੂੰ ਨਵਾਂ ਜੀਵਨ ਦੇਣ ਲਈ ਆਪ ਸੰਸਾਰ ਦੀ ਯਾਤਰਾ ਤੇ ਨਿਕਲੇ। ਇੱਕ ਦ੍ਰਿੜ ਇਰਾਦਾ ਲੈ ਕੇ ਸੰਸਾਰ ਨੂੰ ਕਿਹਾ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀ ਥਾਉ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ, ਪੰਨਾ 14। ਨਿਰਮਲ ਪੰਥ ਦੀ ਪੂਰਤੀ ਲਈ ਤੇ ਲੀਹੋਂ ਲੱਥੇ ਜੋਗੀਆਂ, ਜਤੀਆਂ, ਸਿੱਧਾਂ, ਪੰਡਤਾਂ, ਮੁੱਲਾਂ, ਮਲਾਣਿਆਂ, ਰਾਜਿਆਂ, ਅਹਿਲਕਾਰਾਂ ਦੇ ਕਿਰਦਾਰ ਨੂੰ ਭਰਿਆਂ ਇਕੱਠਾਂ ਵਿੱਚ ਲੋਕਾਂ ਦੇ ਸਾਹਮਣੇ ਰੱਖਿਆ। ਗੱਲ ਕੀ, ਸਮਾਜ ਵਿੱਚ ਆਏ ਹਰ ਪ੍ਰਕਾਰ ਦੇ ਪਖੰਡ ਦਾ ਪਰਦਾ ਫਾਸ਼ ਕੀਤਾ। ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਕਰਤਾਰ ਵਰਗਾ ਕਰਤਾਰਪੁਰ ਵਸਾ ਕੇ ਦੱਸ ਦਿੱਤਾ ਕਿ ਨਵੇਂ ਮੁਲਕ ਦੀ ਰੂਪ ਰੇਖਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਇੰਜ ਦੇ ਹੀ ਇਸ ਵਿੱਚ ਸਚਿਆਰ ਮਨੁੱਖ ਰਹਿਣੇ ਚਾਹੀਦੇ ਹਨ। ਉਹਨਾਂ ਦਾ ਅਖੀਰਲਾ ਪੜਾਅ ਅਨੰਦਪੁਰ ਦਾ ਹੋਏਗਾ। ਇਹ ਸਾਰੀ ਤਰਤੀਬ ਭਾਈ ਲਹਿਣੇ ਨੂੰ ਸਮਝਾ ਕੇ ਦੱਸ ਦਿੱਤੀ ਕਿ ਭਲਿਆ ਇਹ ਸਾਰਾ ਕੁਝ ਅਗਾਂਹ ਦੱਸੀ ਜਾਣਾ ਸਚਿਆਰ ਦੀ ਪਕਿਆਈ ਲਈ। ਜਿੱਥੇ ਗੁਰੂ ਸਾਹਿਬ ਨੇ ਆਪ ਬਾਣੀ ਉਚਾਰੀ, ਉੱਥੇ ਆਪਣੇ ਨਾਲ ਮਿਲਦੇ ਖਿਆਲਾਂ ਨੂੰ ਇਕੱਠਾ ਕੀਤਾ। ਇਹ ਪੋਥੀ ਸਾਹਿਬ ਭਾਈ ਲਹਿਣੇ ਨੂੰ ਦੇ ਕੇ ਉਹਨਾਂ ਨੂੰ ਗੁਰਤਾ ਤੇ ਸਥਾਪਿਤ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਦੇਵਤਿਆਂ ਨੂੰ ਖੁਸ਼ ਕਰਨ ਲਈ ਕੇਵਲ ਸੰਸਕ੍ਰਿਤ ਬੋਲੀ ਦੁਆਰਾ ਹੀ ਅਰਾਧਨਾ ਕੀਤੀ ਜਾ ਸਕਦੀ ਹੈ। ਇਸ ਭਰਮ ਨੂੰ ਮੁੱਢੋਂ ਰੱਦ ਕਰਦਿਆਂ ਨਕਾਰਦਿਆਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮਾਂ ਬੋਲੀ ਨੂੰ ਅਪਣਾਉਣ ਤੇ ਸਾਰਾ ਜ਼ੋਰ ਦਿੱਤਾ। ਗੁਰੂ ਸਾਹਿਬ ਨੇ ਆਪ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਏ ਤੇ ਪੰਜਾਬੀ ਦੇ ਬਾਲ ਉਪਦੇਸ਼ ਕਾਇਦੇ ਤਿਆਰ ਕਰਵਾਏ। ਦੁਨੀਆ ਦੀ ਤਰੱਕੀ ਦਾ ਰਾਜ ਵਿਦਿਆ ਵਿੱਚ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਲਈ ਵਿਦਿਆ ਨੂੰ ਪਹਿਲ ਦਿੱਤੀ। 7ਵੀਂ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ, ਉਥੇ ਖੋਟੇ ਸੁੱਟੀ ਹੈ, ਉਥੇ ਖੋਟੇ ਸੱਟੀ ਹੈ, ਖਰੇ ਕੀਚਹਿ ਸ਼ਾਬਾਸ, ਬੋਲਣ ਫਾਜ਼ਲ ਨਾਨਕਾ, ਦੁੱਖ ਸੁਖ ਹਸਮੈ ਪਾਸ। ਵਾਰ ਮਾਝ ਮਹੱਲਾ ਦੂਜਾ, ਪੰਨਾ 146। ਦਾਸ ਇੱਕ ਵਾਰ ਜਰਮਨ ਗਿਆ ਤਾਂ ਇੱਕ ਪਰਿਵਾਰ ਦੇ ਮੈਂਬਰ ਆਪਣੀ ਬੇਟੀ ਨੂੰ ਲੈ ਕੇ ਮੇਰੇ ਪਾਸ ਆਏ ਤੇ ਕਹਿਣ ਲੱਗੇ, ਭਾਈ ਸਾਹਿਬ ਜੀ, ਇਸ ਬੇਟੀ ਨੂੰ ਇੱਕ ਪੌੜੀ ਅੱਗੇ ਬੋਲ ਕੇ
ਪਿੱਛੇ ਪਿੱਛੇ ਬੇਟੀ ਬੋਲੇ, ਜ਼ਬਾਨੀ ਯਾਦ ਕਰਾ ਦਿਆ ਜੀ। ਮੈਂ ਪੁੱਛਿਆ, ਇਸ ਨੂੰ ਪੰਜਾਬੀ ਨਹੀਂ ਆਉਂਦੀ? ਕਹਿਣ ਲੱਗੇ, ਨਹੀਂ, ਇਹ ਨਿਤਨੇਮ ਅੰਗਰੇਜ਼ੀ ਵਿੱਚ ਕਰਦੀ ਹੈ। ਮੈਂ ਉਸ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ, ਇਸ ਨੂੰ ਪੰਜਾਬੀ ਦੀ ਮੁਹਾਰਨੀ ਸਿਖਾ ਦਿਓ, ਇਹ ਆਪਣੇ ਆਪ ਹੀ ਗੁਰਬਾਣੀ ਪੜ੍ਹ ਕੇ ਜ਼ਬਾਨੀ ਯਾਦ ਕਰ ਲਏਗੀ। ਉਹਨਾਂ ਗੱਲ ਮੰਨ ਲਈ ਤੇ ਅੱਜ ਉਹ ਬੱਚੀ ਬਹੁਤ ਖੂਬਸੂਰਤ ਪਾਠ ਤੇ ਕੀਰਤਨ ਕਰਦੀ ਹੈ। ਕੈਲੀਫੋਰਨੀਆ ਦੇ ਗੁਰਦੁਆਰੇ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਸਨ, ਪਰ ਉਹ ਉਂਝ ਪੰਜਾਂ ਪਿਆਰਿਆਂ ਦੇ 4 ਸਾਹਿਬਜ਼ਾਦੇ ਨਾਂ ਅੰਗਰੇਜ਼ੀ ਵਿੱਚ ਯਾਦ ਕਰਾ ਰਹੇ ਸਨ। ਉਹਨਾਂ ਨੂੰ ਬੇਨਤੀ ਕੀਤੀ, ਭਾਈ ਬਿਮਾਰੀ ਜੜ੍ਹ ਵਿੱਚ ਹੈ, ਪਰ ਤੁਸੀਂ ਦਵਾਈ ਪੱਤਿਆਂ ਤੇ ਪਾਈ ਜਾ ਰਹੇ ਹੋ। ਖਾਲਸੇ ਸਿਰਜਣਾ ਦਾ ਪਹਿਲਾ ਨੁਕਤਾ ਹੈ ਮਾਂ ਬੋਲੀ ਦਾ, ਜੋ ਅੱਜ ਤਰਸ ਦੀ ਪਾਤਰ ਬਣੀ ਹੋਈ ਹੈ। ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਿੱਖਣ ਲਈ ਗੁਰਮੁਖੀ ਅੱਖਰਾਂ ਦਾ ਆਉਣਾ ਜ਼ਰੂਰੀ ਹੈ। ਪੰਜਾਬੀ ਦਾ ਮੁਹਾਵਰਾ ਹੈ, ਮਾਂ ਬੋਲੀ ਭੁੱਲ ਗਏ ਤੇ ਕੱਖਾਂ ਵਾਂਗੂ ਰੁਲ ਗਏ। ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦੇ ਟਿਕਾ ਲਈ ਕੌਮੀ ਉਸਾਰੀ ਕਰਦਿਆਂ ਮੱਲ ਅਖਾੜਿਆਂ ਵੱਲ ਉਚੇਚਾ ਧਿਆਨ ਦਿੱਤਾ ਗਿਆ, ਜੋ ਮਾਰਸ਼ਲ ਆਰਟ ਗੱਤਕੇ ਤੇ ਹੋਲੇ ਮਹੱਲੇ ਦੀ ਚਰਮ ਸੀਮਾ ਤੱਕ ਜਾ ਪਹੁੰਚਿਆ। ਗੁਰਦੁਆਰਿਆਂ ਵਿੱਚ ਮੱਲ ਅਖਾੜਿਆਂ ਦੀ ਥਾਂ ਤੇ 20 ਕੁ ਮੁੰਡਿਆਂ ਦੀ ਟੀਮ ਕਬੱਡੀ ਦੀ ਖੇਡ ਤੱਕ ਸਿਮਟ ਕੇ ਰਹਿ ਗਈ ਹੈ। ਅੱਜ ਮੈਂ ਫਿਰ ਦੁਹਰਾ ਦਿਆਂ, ਗੁਰਦੁਆਰਿਆਂ ਵਿੱਚ ਮੱਲ ਅਖਾੜਿਆਂ ਦੀ ਥਾਂ ਤੇ ਅੱਜ 20 ਕੁ ਮੁੰਡਿਆਂ ਦੀ ਟੀਮ ਕਬੱਡੀ ਦੀ ਖੇਡ ਤੱਕ ਸਿਮਟ ਕੇ ਰਹਿ ਗਈ, ਜੋ ਨਸ਼ਿਆਂ ਦੇ ਅਖੀਰ ਤੱਕ ਪਹੁੰਚ ਗਈ। ਡੰਡ ਬੈਠਕਾਂ ਦੀ ਥਾਂ ਤੇ ਨਸ਼ਿਆਂ ਵਾਲੇ ਟੀਕੇ ਲਗਾ ਕੇ ਖੇਡਣ ਦੀ ਭਾਵਨਾ ਨੇ ਜਨਮ ਲਿਆ ਹੈ। ਅੱਜ ਖਾਲਸੇ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਕੀ ਅਨੰਦਪੁਰ ਦਾ ਵਾਸੀ ਹੈ ਜਾਂ ਨਸ਼ਈ ਨਗਰ ਦੇ ਰਹਿਣ ਵਾਲਾ। ਸਚਿਆਰ ਮਨੁੱਖ ਦੀ ਘਾਟ ਲਈ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਤੇ ਤੇ ਚੱਲਦਿਆਂ ਛੂਤ ਛਾਤ ਜ਼ਾਤ ਪਾਤ ਦੇ ਕੋੜ ਨੂੰ ਸਦਾ ਲਈ ਖਤਮ ਕਰਨ ਲਈ ਜਾਤ ਜਨਮ ਨ ਪੁੱਛੀਐ, ਸੱਚ ਕਰ ਲੇਹ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਲੰਗਰ ਪੰਗਤ ਭਾਵ ਬਰਾਬਰ ਬੈਠਣ ਦੀ ਅਨੋਖੀ ਪਰੰਪਰਾ ਚਲਾ ਕੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਬੌਲੀ ਸਾਹਿਬ ਦੀ ਸਥਾਪਨਾ ਕਰਾ ਕੇ ਇੱਕ ਥਾਂ ਤੇ ਇਸ਼ਨਾਨ ਕਰਨ ਦੀ ਤਾਕੀਦ ਕਰਦਿਆਂ ਊਚ ਨੀਚ ਦਾ ਭੇਦਭਾਵ ਸਦਾ ਲਈ ਮਿਟਾ ਦਿੱਤਾ। ਅੱਜ ਸਦਕੇ ਜਾਈਏ ਬਬੇਕੀ ਸਿੱਖਾਂ ਦੇ ਜੋ ਸਿੱਖ ਭਾਈਚਾਰੇ ਵੱਲੋਂ ਬਣੇ ਹੋਏ ਲੰਗਰ ਨੂੰ ਛਕਣਾ ਤਾਂ ਇੱਕ ਪਾਸੇ ਰਿਹਾ, ਕੜਾਹ ਪ੍ਰਸ਼ਾਦ ਲੈਣ ਲਈ ਵੀ ਤਿਆਰ ਨਹੀਂ ਹਨ। ਗੁਰੂ ਸਾਹਿਬ ਜੀ ਨੇ ਉਮਰਾਂ ਦੇ ਫਰਕ ਨੂੰ ਮਿਟਾਉਂਦਿਆਂ ਬਜ਼ੁਰਗੀ ਅਵਸਥਾ ਵਿੱਚ ਵੀ ਸੇਵਾ ਕਰਕੇ ਇੱਕ ਆਦਰਸ਼ ਕਾਇਮ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੋਂ ਭਟਕਦਿਆਂ ਅਸੀਂ ਆਪੋ ਆਪਣੀਆਂ ਟਕਸਾਲਾਂ ਤੇ ਡੇਰਿਆਂ ਨੂੰ ਵੱਡਾ ਦੱਸਦਿਆਂ ਜ਼ਾਤ ਪਾਤ ਦੇ ਨਾਂ ਨੂੰ ਵੀ ਮਾਤ ਪਾ ਗਏ ਹਾਂ। ਆਪਣੇ ਆਪ ਨੂੰ ਸਿਰਮੌਰ ਜਥੇਬੰਦੀਆਂ ਅਖਵਾਉਣ ਵਾਲੀਆਂ ਸਾਰੀਆਂ ਜਥੇਬੰਦੀਆਂ ਟਕਸਾਲਾਂ ਬ੍ਰਾਹਮਣ ਦੇ ਬਣਾਏ ਹੋਏ ਨਿਯਮਾਂ ਨੂੰ ਚੰਗੀ ਤਰ੍ਹਾਂ ਦਾ ਲਾਗੂ ਕਰਦਿਆਂ ਦਲਿਤ ਵਰਗ ਨੂੰ ਚੌਥੇ ਪੌੜੇ ਦੇ ਕਹਿ ਕੇ ਪੰਗਤਾਂ ਵੱਖਰੀਆਂ ਲਗਾ ਰਹੀਆਂ ਹਨ। ਇਹ ਅੱਜ ਕੱਲ੍ਹ ਦੇ ਕਈਆਂ ਡੇਰਿਆਂ ਦੀ ਆਮ ਅਖਬਾਰਾਂ ਵਿੱਚ ਇਹ ਖਬਰਾਂ ਗਾਹੇ ਬਗਾਹੇ ਪੜ੍ਹਦੇ ਰਹਿੰਦੇ ਹੋ। ਹਿਰਦੇ ਦੀ ਵੇਈਂ ਨਦੀ ਵਿੱਚ ਉਤਰ ਕੇ ਗੁਰੂ ਸਾਹਿਬ ਨੇ ਕੌਮ ਦੀ ਮਜ਼ਬੂਤੀ ਲਈ ਵਪਾਰ ਦਾ ਨੁਕਤਾ ਦਿੱਤਾ ਹੈ, ਇਸ ਨੂੰ ਅਮਲੀ ਜਾਮਾ ਪਹਿਨਾਇਆ ਹੈ। ਚੌਥੇ ਜਾਮੇ ਵਿੱਚ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ ਨਾਂ ਦਾ ਸ੍ਰੀ ਅੰਮ੍ਰਿਤਸਰ ਸ਼ਹਿਰ ਨਵਾਂ ਵਸਾਇਆ ਤੇ 52 ਕਿਸਮ ਦੇ ਕਿਰਤੀ ਵਸਾ ਕੇ ਸੰਸਾਰ ਪੱਧਰ ਦੀ ਅੰਤਰਰਾਸ਼ਟਰੀ ਮੰਡੀ ਕਾਇਮ ਕੀਤੀ। ਮੁਲਕਾਂ ਦੀ ਤਰੱਕੀ ਲਈ ਆਰਥਿਕ ਪੱਖ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਤੇ ਇਸੇ ਲਈ ਸ਼ੇਰ ਸ਼ਾਹ ਸੂਰੀ ਮਾਰਗ ਤੇ ਇਹ ਸ਼ਹਿਰ ਵਸਾਇਆ ਗਿਆ। ਜਿੱਥੇ ਕੌਮ ਵਿੱਚ ਚੰਗੇ ਵਪਾਰੀ ਪੈਦਾ ਕੀਤੇ, ਉੱਥੇ ਕੌਮ ਅੰਦਰ ਕੁਝ ਉਹ ਲੋਕ ਵੀ ਹਨ ਜਿਨ੍ਹਾਂ ਨੇ ਨਸ਼ਿਆਂ ਦਾ ਧੰਦਾ ਕਰਕੇ ਕੋਈ ਚੰਗੀਆਂ ਪਿਰਤਾਂ ਨਹੀਂ ਪਾਈਆਂ। ਸ਼ਹਿਰ ਵਾਸੀਆਂ ਲਈ ਪਾਣੀ ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਸਰੋਵਰਾਂ ਦੀ ਖੁਦਾਈ ਕਰਾ ਕੇ ਇਹ ਦੱਸ ਦਿੱਤਾ ਕਿ ਖਾਲਸਾ ਦੁਨੀਆ ਵਿੱਚ ਚੰਗੇ ਸ਼ਹਿਰਾਂ ਦੀ ਨਿਰਮਾਣਤਾ ਕਰ ਸਕਦਾ ਹੈ ਤੇ ਆਪਣਾ ਚੰਗਾ ਯੋਗਦਾਨ ਪਾ ਸਕਦਾ ਹੈ। ਜਦੋਂ ਕਿਸੇ ਇਮਾਰਤ ਦੀ ਉਸਾਰੀ ਕਰਨੀ ਹੋਵੇ ਤਾਂ ਉਸ ਦੀ ਮਜ਼ਬੂਤੀ ਲਈ ਹਰੇਕ ਪਹਿਲੂ ਵੱਲ ਧਿਆਨ ਦਿੱਤਾ ਜਾਂਦਾ ਹੈ ਕਿ ਕਿਤੇ ਕੋਈ ਕਚਿਆਈ ਨਾ ਰਹਿ ਜਾਏ। ਖਾਲਸੇ ਦੀ ਸਿਰਜਣਾ ਲਈ ਗੁਰੂ ਸਾਹਿਬ ਨੇ ਜੋ ਤਰਤੀਬ ਦਿੱਤੀ ਉਹ ਸਾਰੀ ਨਾਲ ਦੀ ਨਾਲ ਲਿਖਤ ਵਿੱਚ ਵੀ ਆਉਂਦੀ ਗਈ ਤੇ ਇਸ ਲਿਖਤ ਦਾ ਨਾਂ ਰੱਖਿਆ ਪੋਥੀ ਸਾਹਿਬ। ਇੱਕ ਗੁਰੂ ਇੱਕ ਬਾਣੀ ਦੇ ਸਿਧਾਂਤ ਤੇ ਚੱਲਦਿਆਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ, ਕਰ ਕਿਰਪਾ ਤੇ ਪਾਇਨ ਜੇ ਦੇਵੈ ਦੇਵਨ ਹਾਰ।
वार सोठ महला तीजा पन्ना 646। पंजवें जामे विच गुरु ग्रंथ साहब जी की बीड़ तैयार करवाई। दुनिया विच केवल यही एक ग्रंथ है जिस नूं गुरु अर्जन पातशाह जी ने आप संपादित किया, आप बाणी उचारण की। अज श्री गुरु ग्रंथ साहब जी के बराबर होर विजेतर नाटक वर्गियां लिखतां नूं इस दे बराबर प्रकाश करके इस दी महानता नूं घटाया जा रहा है। गुरु ग्रंथ साहब जी की महानता सर्वपक्षी है। सब तो पहली कि भारत विच अखौती जातां नाल संबंध रखण वालियां दे रब्बी कलाम नूं अपने बराबर बिठा के दुनिया विच एक नवीं क्रांति लिआंदी है। दूसरी, गुरु ग्रंथ साहब जी का आशा सच दे आधारित है, जिस ने कदे मैला नहीं होना। जिथे ग्रंथ आत्मक ज्ञान का डूंगा खजाना है, उथे संसार विच रहण दा चज आचार भी सिखाउंदा है। हैरानगी की गल है कि गुरु ग्रंथ साहब के पास बैठ के गुरबिलास वर्गे ग्रंथां की कथा ते ओहदियां मन घड़त साखियां सुणाईयां गईयां ते सुणाईयां जा रहीयां हन। कि इन्हां मन घड़त साखियां नाल खालसे दा आत्मिक विकास हो सकदा है? पिछले कुछ समय तो सिख धर्म की व्याख्या इस तरह की कीती गई है जिवें इन्हें घर बार त्यागना ते केवल भटकिया होया साध बन के नाम जपना ही होवे। हर रोज कीर्तन रबारतां हो रहे हैं, पर खालसा पंथ दा कद बौना बनता जा रहा है। सचियार मनुख की परपक्वता लई ते इस रस्ते ते चलदियां तत्ती तवी दे रस्ते नूं पार करदियां उबलदी देग विच बैठना भी प्रवान कीता। असल विच तां इह जान नूं तली दे रखण दा राह सी, जिहा कि जाओ तो प्रेम खिलन का चाओ, सिर ता तली गली में लियाओ, इतमार्ग पैर धरीजै, सिर दीजे कान न कीजे। छेवें पातशाह जी ने मीरी पीरी दियां दो तलवारां पहन के इह दस दिता कि गुरु नानक पातशाह जी के रस्ते चलदियां अणख नाल जिंदगी जीनी है। किसी का हक खोना नहीं, सगों हकों की राखी लई जूझना है। हक, इंसाफ, धार्मिक आजादी, समाज का विकास, इस्त्री नूं बराबर का दर्जा, जात पात का खात्मा ते लोड़ पैण ते शस्त्र नूं उठाउण लई मीरी पीरी दियां दो तलवारां पहन के दस दिता कि सो जीविया जिस मन वसिया सोए, नानक अवर न जीवै कोई। जे जीवै पत लथी जाए, सब हराम जेता किश खाए। राज रंग माल रंग, रंग रता नचे नंग, नानक ठगिया मुठा जाए। विण नावे पत गया गवाए। माजवार महला पहला श्लोक पन्ना 142। घड़े दे गल नूं बन के ही खूह विचों पानी कढ़िया जा सकदा है, यानी कि घड़े दे गल नूं रस्सा बन के खूह च लमकाया उहदे विचों पानी बाहर आ सकदा है, भाव खूह चों पानी कढ़िया जा सकदा है। ते जे घड़ा अगों आखे मैं अपना गल रस्से नाल नहीं बनाउणा ते पानी कदे भी नहीं आ सकदा। काले नाग दे सिर विचली मणी प्राप्त करनी है, उस नूं पहले मारना ही पवेगा। गिरी दी प्राप्ति लई नारियल दा सिर तोड़ना पएगा। तिड़ां विचों तेल लैण लई उहनां नूं कोल विच पा के पीड़ना ही पैना, तां ही किते जाके तेल मिलेगा। मूर्ख, धक्का, बेइंसाफी करन वाले, सिरे दे ਜ਼ਾਲਮ हैंकड़ी नूं बंदा बनाउण लई पुੱਛ करन दी थां ते वंगारण विच ही बेहतरी है। जिहा कि भाई गुरदास दा वाक है, मैं फिर दोहरा दियां, मूर्ख ते धक्का बेइंसाफी करन वाले, सिरे दे ਜ਼ਾਲਮ हैंकड़ी नूं बंदा बनाउण लई पुੱਛ करन दी थां ते वंगारण विच बेहतरी है। ज्यों कर खूहों निकलै गल बद्धा पानी, ज्यों मणी काले सप सिर हस देह न जानी। जान कठोरी मिर्ग तन मरमुक्कै आनी, तेल तिलों क्यों निकलै विण पीड़ा कहानी। ज्यों मुंह भन्ने गरी दे नलिएल निशानी, वे मुख समोलोहा साधिया वगदी वधाणी। खालसे दी पुख्ता सिरजना लई गुरु साहब जी दे सिद्धांत ते चलदियां बेइंसाफी ते ਜ਼ਾਲਮੀ सोच दे विरोध विच 4 जंगां लड़ियां ते जित्तां प्राप्त कीतियां। नवें शहरां दी सिरजना कीती। बंदे नूं सरीरक ते आत्मक तल दीयां बीमारियां चिंबड़ियां होईयां हन। मनोबल उच्चा चुकण लई गुरु साहब ने गुरबाणी दित्ती, जदों कि सरीरक बीमारियां वल ध्यान देंदियां 7वें जामे विच वड अकाली दवाखाना हस्पताल कीरतपुर की धरती ते वसा बनाया।
2200 ਘੋੜਸਵਾਰ ਰੱਖ ਕੇ ਆਜ਼ਾਦ ਹੋਣ ਦਾ ਪ੍ਰਗਟਾਵਾ ਬਰਕਰਾਰ ਰੱਖਿਆ। ਕੁਦਰਤੀ ਵਾਤਾਵਰਣ ਨੂੰ ਬਰਕਰਾਰ ਰੱਖਣ ਲਈ ਨਵੇਂ ਰੁੱਖ ਲਗਾਏ। 8ਵੇਂ ਜਾਮੇ ਵਿੱਚ ਭਾਰਤ ਦਾ ਕੌਮੀ ਸਰਕਾਰ ਨਾਲ ਕੋਈ ਵੀ ਬੇਜੋੜ ਰਾਜਨੀਤਿਕ ਜਾਂ ਗੈਰ ਕੁਦਰਤੀ ਮੇਲ ਜੋੜ ਨਾ ਰੱਖਣ ਦਾ ਦ੍ਰਿੜ ਇਰਾਦਾ ਕੀਤਾ, ਸੰਕਲਪ ਲਿਆ ਤੇ ਸੰਗਤਾਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ। ਪਰ ਅੱਜ ਗੁਰੂ ਨਾਨਕ ਦੀ ਸੋਚ ਦੇ ਪਾਤਰਾਂ ਨੇ ਆਪਣੇ ਨਿੱਜੀ ਲਾਭਾਂ ਜਾਂ ਪਰਿਵਾਰਾਂ ਦੇ ਲਾਭ ਦੀ ਖਾਤਰ ਸਰਕਾਰਾਂ ਨਾਲ ਸਮਝੌਤੇ ਹੀ ਨਹੀਂ ਕੀਤੇ, ਸਗੋਂ ਸਿੱਖੀ ਸਿਧਾਂਤ ਨੂੰ ਦਾਅ ਤੇ ਵੀ ਲਾਇਆ ਹੋਇਆ ਹੈ। ਸ਼ੂਦਰਾਂ ਨੂੰ ਵਿੱਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ, ਪਰ ਕੀਰਤਪੁਰ ਦੀ ਧਰਤੀ ਤੇ ਪੜ੍ਹੇ ਹੋਏ ਸ਼ੂਦਰਾਂ ਨੇ ਹੰਕਾਰੀ ਲਾਲ ਚੰਦ ਵਰਗਿਆਂ ਨੂੰ ਦੱਸ ਦਿੱਤਾ ਕਿ ਵਿੱਦਿਆ ਕੋਈ ਵੀ ਇਨਸਾਨ ਲੈ ਸਕਦਾ ਹੈ, ਤੁਹਾਡਾ ਇਸ ਤੇ ਕੋਈ ਜ਼ਾਤੀ ਅਧਿਕਾਰ ਨਹੀਂ ਹੈ। ਬ੍ਰਾਹਮਣ ਦੀ ਸਦੀਆਂ ਦੀ ਬਣੀ ਹੋਈ ਧਾਰਨਾ ਨੂੰ ਢਹਿ ਢੇਰੀ ਕਰ ਦਿੱਤਾ। ਵੇਈਂ ਨਦੀ ਤੇ ਬੈਠ ਕੇ ਸੋਚੀ ਹੋਈ ਸੋਚ ਨੇ 7ਵੇਂ ਜਾਮੇ ਵਿੱਚ ਮਨੁੱਖਤਾ ਦੇ ਭਲੇ ਲਈ ਦਵਾਖਾਨਾ ਬਣਾਇਆ। 8ਵੇਂ ਜਾਮੇ ਵਿੱਚ ਕਿਸੇ ਵੀ ਬੇਅਸੂਲੀ ਹਕੂਮਤ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਤੇ ਅਖੌਤੀ ਸ਼ੂਦਰਾਂ ਨੂੰ ਬ੍ਰਾਹਮਣ ਦੇ ਬਰਾਬਰ ਬਿਠਾ ਦਿੱਤਾ। ਬੋਹੜ ਦਾ ਬੀਜ ਦੇਖਣ ਨੂੰ ਬਹੁਤ ਹੀ ਛੋਟਾ, ਪਰ ਜਦੋਂ ਰੁੱਖ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਕਈ ਲੋਕ ਉਸ ਦੀ ਸੰਘਣੀ ਛਾਂ ਦਾ ਆਨੰਦ ਮਾਣਦੇ ਹਨ। ਇੰਝ ਹੀ ਸਚਿਆਰ ਜਾਂ ਖਾਲਸਾ ਦੇਖਣ ਨੂੰ ਬਹੁਤ ਹੀ ਛੋਟੇ ਜਿਹੇ ਸ਼ਬਦ ਲੱਗਦੇ ਹਨ, ਪਰ ਇਹਨਾਂ ਦਾ ਵਿਸਥਾਰ ਬਹੁਤ ਵੱਡਾ ਹੈ। 9ਵੇਂ ਜਾਮੇ ਵਿੱਚ ਅਣਖ ਦੀ ਚੰਗਿਆੜੀ ਦਾ ਭਾਂਬੜ ਮਚਾਉਂਦਿਆਂ ਗੁਰੂ ਸਾਹਿਬ ਨੇ ਕਹਿ ਦਿੱਤਾ, ਪੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਹਰ ਮਨੁੱਖ ਨੂੰ ਆਪਣੀ ਸਵੈ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ। ਕੋਈ ਕਿਸੇ ਦੇ ਬੁਨਿਆਦੀ ਹੱਕਾਂ ਦੇ ਛਾਪਾ ਕਿਉਂ ਮਾਰੇ। ਭਾਰਤ ਦੀ ਕੌਮੀ ਰਾਜਨੀਤੀ ਵਿੱਚ ਦਿੱਲੀਪਤੀ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾਇਆ, ਭਰਾਵਾਂ ਦਾ ਕਤਲ ਕੀਤਾ, ਭਾਰਤੀਆਂ ਦੇ ਜ਼ੁਲਮ ਢਾਏ। ਉਦੋਂ ਵੇਈਂ ਨਦੀ ਦੇ ਕੰਢੇ ਤੇ ਸੋਚੀ ਹੋਈ ਸੋਚ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਹੱਕਾਂ ਹਿਊਮਨ ਰਾਈਟਸ ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੇ ਚੱਲਣ ਵਾਲਿਆਂ ਦੀ ਇਹ ਦੂਜੀ ਸ਼ਹਾਦਤ ਸੀ। ਹਕੂਮਤ ਦੀ ਅਵੰਗਾਰ ਨੂੰ ਪ੍ਰਵਾਨ ਕਰਦਿਆਂ ਦਿਨ ਦੀਵੀਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਧੜ ਨੂੰ ਉਠਾਉਣਾ ਖਾਲਸੇ ਦਾ ਆਪਣੇ ਆਪ ਵਿੱਚ ਇੱਕ ਪ੍ਰਗਟਾਅ ਸੀ। ਕੀ ਅੱਜ ਖਾਲਸਾ ਮਨੁੱਖਤਾ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ ਜਾਂ ਆਪਣੇ ਭਾਈ ਭਤੀਜੇ ਲਈ ਪੀੜ੍ਹੀਆਂ ਦੀਆਂ ਰੋਟੀਆਂ ਜਮ੍ਹਾਂ ਕਰਨ ਵਿੱਚ ਨਹੀਂ ਲੱਗਿਆ ਹੋਇਆ। ਮਨੁੱਖਤਾ ਦੇ ਹੱਕਾਂ ਦੀ ਗੱਲ ਤਾਂ ਦੂਰ ਦੀ ਰਹੀ, ਇਹ ਤਾਂ ਹੁਣ ਆਪਣੀ ਕੌਮ ਲਈ ਵੀ ਸੋਚਣ ਲਈ ਤਿਆਰ ਨਹੀਂ ਹੈ। ਨਿਆਰੇ ਖਾਲਸੇ ਦੇ ਪਾਂਧੀ ਮੁਕਟ ਸਜਾ, ਤਿਲਕ ਬੰਨ, ਰਮਾਇਣ ਦੇ 200 ਪਾਠ ਕਰਾ, ਕੜੇ ਨਾਲ ਲਾਲ ਧਾਗਾ ਬੰਨ੍ਹ ਕੇ ਆਪਣੀ ਅਕਲ ਦਾ ਜਨਾਜ਼ਾ ਕੱਢਦਿਆਂ ਨਿਆਰੇ ਖਾਲਸੇ ਦੀ ਜੜੀ ਤੇਲ ਦੇਣ ਲੱਗਿਆਂ ਭੋਰਾ ਵੀ ਸੰਗ ਮਹਿਸੂਸ ਨਹੀਂ ਕਰ ਰਹੇ। ਕਿਸੇ ਪੱਥਰ ਵਿੱਚੋਂ ਕੋਈ ਕਲਾ ਸਾਕਾਰ ਕਰਨੀ ਹੋਵੇ ਤਾਂ ਬੁੱਤ ਘਾੜੇ ਨੂੰ ਸਾਲਾਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਦਿਸ ਰਹੀਆਂ ਉੱਚੀਆਂ ਸੋਹਣੀਆਂ ਇਮਾਰਤਾਂ ਨੂੰ ਬਣਾਉਣ ਲਈ ਸਾਲਾਂ ਬੱਧੀ ਮਿਸਤਰੀਆਂ ਤੇ ਮਜ਼ਦੂਰਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਸਥਾਪਿਤ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ ਦੇ ਕੰਢੇ ਬੈਠ ਕੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ਜਿਸ ਖਾਲਸੇ ਦੀ ਸਿਰਜਣਾ ਕੀਤੀ ਸੀ, ਉਸ ਨੂੰ 230 ਸਾਲ ਉਪਰੰਤ ਅਨੰਦਪੁਰ ਦੀ ਧਰਤੀ ਤੇ ਸਾਰੀ ਲਕਾਈ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ 1699 ਈਸਵੀ ਨੂੰ ਉਹ ਖਾਲਸਾ ਪ੍ਰਗਟ ਕੀਤਾ ਜਿਸ ਵਿੱਚੋਂ 9 ਗੁਰੂ ਸਾਹਿਬਾਨ ਨੇ ਆਪਣਾ ਜੀਵਨ ਲਗਾ ਕੇ ਇਸ ਦੇ ਰੂਪ ਨੂੰ ਸਾਕਾਰ ਕੀਤਾ। ਅਨੰਦਪੁਰ ਦੀ ਧਰਤੀ ਤੇ ਦੂਰ ਦੂਰ ਤੋਂ ਆਈਆਂ ਸੰਗਤਾਂ ਦੇ ਇਕੱਠ ਵਿੱਚ ਸਾਰੀ ਸੋਚ ਨੂੰ ਸੰਗਤਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਲੇਮੀ ਰਾਜ ਦੀ ਸਥਾਪਨਾ ਕਰਨ ਲਈ ਕੌਮਾਂਤਰੀ ਪੱਧਰ ਤੇ ਸਾਨੂੰ ਉਪਰਾਲੇ ਕਰਨ ਲਈ ਇੱਕ ਵੱਖਰੀ ਪਹਿਚਾਣ ਬਣਾਉਣੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਪਿਛਲੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਖਾਲਸਾ ਜੀ ਅੱਜ ਸਾਨੂੰ ਸ਼ਾਸਤਰਧਾਰੀ ਹੋ ਕੇ ਜ਼ੁਲਮ ਦੇ ਵਿਰੋਧ ਵਿੱਚ ਬੇਇਨਸਾਫੀ ਦੀ ਅੱਗ ਵਿੱਚ ਸੜ ਰਹੀ ਲੁਕਾਈ ਨੂੰ ਬਚਾਉਣ ਲਈ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿੱਚ ਜੂਝਣਾ ਵੀ ਪੈਣਾ ਹੈ। ਕੌਮੀ ਸਰਕਾਰ ਸੂਬਾ ਸਰਕਾਰਾਂ ਦੇ ਜ਼ੁਲਮ ਤੇ ਬ੍ਰਾਹਮਣੀ ਕਰਮਕਾਂਡੀ ਦਲਦਲ ਵਿੱਚੋਂ ਲੁਕਾਈ ਨੂੰ ਬਾਹਰ ਕੱਢਣ ਹਿੱਤ ਆਜ਼ਾਦੀ ਦਾ ਨਿੱਘ ਦੇਣ ਲਈ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਚਿਆਰ ਨੂੰ ਖਾਲਸੇ ਰੂਪ ਵਿੱਚ ਪ੍ਰਗਟ ਕਰ ਦਿੱਤਾ। ਨਾ ਸਮਝੀ ਦੇ ਕਾਰਨ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਵਾਲਾ ਰਸਤਾ ਠੀਕ ਸੀ ਕਿਉਂਕਿ ਉਹ ਕੇਵਲ ਨਾਮ ਜਪਣ ਦਾ
ही उपदेश देंदे सन। पर गुरु गोबिंद सिंह जी वाला रस्ता बहुत औखा है, इस ते चलना सारिਆਂ ਦੇ वस ਦਾ ਰੋਗ नहीं है। असल ਵਿੱਚ ਅਸੀਂ गुरु नानक साहब ਦੇ ਰਸਤੇ ਨੂੰ ਸਹੀ ਢੰਗ ਨਾਲ ਸਮਝਿਆ ਹੀ नहीं है। ਅੱਜ ਸਿੱਖੀ ਕੀਰਤਨ ਦਰਬਾਰਾਂ, ਰਹਿਣ ਸਬਾਈਆਂ, ਨਗਰ ਕੀਰਤਨਾਂ, ਅੰਖੰਡ ਪਾਠਾਂ, ਸੰਪਟ ਪਾਠਾਂ ਦੀਆਂ ਲੜੀਆਂ, ਪ੍ਰਭਾਤ ਫੇਰੀਆਂ, ਕਰਮਕਾਂਡੀ ਤੇ ਜੋਗ ਮਤ ਵਾਲੇ ਸਿਮਰਨ ਵਿੱਚ ਫਸ ਕੇ ਰਹਿ ਗਈ ਹੈ। ਗੁਰਮਤਿ ਦੇ ਤੱਤ ਤੋਂ ਬਹੁਤ ਦੂਰੀ ਬਣਾ ਲਈ ਹੈ। ਸਿੱਖੀ ਨੇ ਵੇਈ ਨਦੀ ਤੋਂ ਸਚਿਆਰ ਦੇ ਸਫ਼ਰ ਦੀ ਆਰੰਭਤਾ ਕੀਤੀ ਸੀ ਤੇ ਅਨੰਦਪੁਰ ਸਾਹਿਬ ਜਾ ਕੇ ਖਾਲਸੇ ਰੂਪ ਵਿੱਚ ਮੁਕੰਮਲਤਾ ਦੀ ਸਿਖਰ ਨੂੰ ਛੋਹਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਦਾ ਵਿਧੀ ਵਿਧਾਨ ਸਮਝਾਇਆ। ਜੋ ਅਕਾਲ ਪੁਰਖ ਦੇ ਗੁਣ ਹਨ ਉਹੀ ਹਰ ਇਨਸਾਨ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਜਿਉਂਦੇ ਜੀ ਮਨੁੱਖ ਰੱਬ ਦਾ ਰੂਪ ਬਣ ਸਕੇ। ਇਸੇ ਕਿਰਦਾਰ ਨੂੰ ਸਚਿਆਰ ਅਥਵਾ ਖਾਲਸਾ ਕਿਹਾ ਹੈ। ਗੁਰੂ ਅੰਗਦ ਪਾਤਸ਼ਾਹ ਜੀ ਨੇ ਖਾਲਸੇ ਸਿਰਜਣਾ ਵਿੱਚ ਮਾਂ ਬੋਲੀ, ਉੱਚ ਵਿਦਿਆ ਤੇ ਖੇਡਾਂ ਪ੍ਰਤੀ ਭਾਵਨਾ ਨੂੰ ਉਜਾਗਰ ਕਰਦਿਆਂ ਆਦਰਸ਼ਕ ਸੇਵਕ ਬਣਾ ਕੇ ਦੱਸਿਆ ਹੈ। ਗੁਰੂ ਅਮਰਦਾਸ ਜੀ ਨੇ ਮਨੁੱਖੀ ਬਰਾਬਰਤਾ ਲਈ ਪੰਗਤ, ਸੰਗਤ, ਜ਼ਾਤ ਪਾਤ ਦਾ ਕੋਹੜ ਵੱਢਿਆ। ਛੋਟੀ ਉਮਰ ਦੇ ਵਿਆਹਾਂ ਤੇ ਪਾਬੰਦੀ, ਵਿਧਵਾ ਦੇ ਪੁਨਰ ਵਿਆਹ ਤੇ ਜ਼ੋਰ ਦੇਣਾ, ਸਤੀ ਦੀ ਰਸਮ ਨੂੰ ਬੰਦ ਕਰਨਾ ਤੇ ਕੁੜਮਾਚਾਰੀ ਤੋਂ ਉੱਪਰ ਉੱਠ ਕੇ ਸਿੱਖ ਬਣਨ ਦੀ ਜਾਚ ਸਿਖਾਈ ਹੈ। ਗੁਰੂ ਰਾਮਦਾਸ ਜੀ ਨੇ ਖਾਲਸੇ ਨੂੰ ਵਪਾਰ ਕਰਨਾ ਸਿਖਾਇਆ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਵਿੱਚ ਨਵੀਂ ਮੰਡੀ ਸਥਾਪਿਤ ਕਰਕੇ ਆਰਥਿਕ ਪੱਖ ਦੀ ਮਜ਼ਬੂਤੀ ਤੇ ਲਿਆਂਦਾ। ਕੌਮਾਂ ਉਹੀ ਤਰੱਕੀ ਕਰ ਸਕਦੀਆਂ ਹਨ ਜਿਨ੍ਹਾਂ ਦਾ ਆਰਥਿਕ ਪੱਖ ਨਰੋਇਆ ਹੋਵੇ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਗ੍ਰੰਥ ਦੀ ਸਥਾਪਨਾ ਕਰਕੇ ਸਦੀਵ ਕਾਲ ਲਈ ਅਕਾਲ ਪੁਰਖ ਦਾ ਰੂਪ ਬਣਨ ਲਈ ਤੇ ਮਨੁੱਖਤਾ ਦੀ ਸੰਸਾਰਕ ਤੇ ਆਤਮਿਕ ਭੁੱਖ ਦੂਰ ਕੀਤੀ। ਖਾਲਸੇ ਦੀ ਸਿਰਜਣਾ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਤੱਤੀ ਤਵੀ, ਤੱਤਾ ਰੇਤਾ, ਉਬਲਦੀ ਦੇਗ ਤੇ ਰਾਵੀ ਦੇ ਠੰਡੇ ਪਾਣੀ ਦਾ ਟਾਕਰਾ ਕਰਕੇ ਆਪਣੀ ਸ਼ਹਾਦਤ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰ ਦੇ ਸਿਧਾਂਤ ਨੂੰ ਖਾਲਸੇ ਵਿੱਚ ਭਰਿਆ ਤੇ ਚਾਰ ਚੰਗਾਂ ਲੜ ਕੇ ਇਹ ਦੱਸ ਦਿੱਤਾ ਕਿ ਖਾਲਸਾ ਆਪਣੇ ਹੱਕਾਂ ਦੀ ਖਾਤਰ ਹੱਥ ਤੇ ਹੱਥ ਰੱਖ ਕੇ ਨਹੀਂ ਬੈਠੇਗਾ, ਸਗੋਂ ਆਪਣੇ ਫੈਸਲੇ ਖੁਦ ਕਰਿਆ ਕਰੇਗਾ। ਇਸ ਲਈ ਅਕਾਲ ਤਖਤ ਨੂੰ ਹੋਂਦ ਵਿੱਚ ਲਿਆਂਦਾ। ਅਕਾਲ ਤਖਤ ਇਮਾਰਤ ਦਾ ਨਾਂ ਨਹੀਂ, ਸਗੋਂ ਇਹ ਖਾਲਸੇ ਦੀ ਆਜ਼ਾਦ ਹੋਣ ਦਾ ਤੇ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ ਦਵਾਖਾਨਾ ਖੋਲ੍ਹ ਕੇ ਘੋੜਸਵਾਰ ਭਰਤੀ ਕਰਕੇ ਖਾਲਸੇ ਨੂੰ ਪਰਉਪਕਾਰੀ ਬਣਾਇਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦ੍ਰਿੜਤਾ ਦਾ ਸਬਕ ਯਾਦ ਕਰਵਾਉਂਦਿਆਂ ਇਹ ਕਿਹਾ ਕਿ ਖਾਲਸਾ ਕਿਸੇ ਵੀ ਹਕੂਮਤ ਦਾ ਹੱਥ ਠੋਕਾ ਨਹੀਂ ਬਣੇਗਾ, ਨਾ ਹੀ ਗੈਰ ਕੁਦਰਤੀ ਸਮਝੌਤੇ ਕੀਤੇ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੇ ਹੱਕਾਂ ਲਈ, ਹਿਊਮਨ ਰਾਈਟਸ ਲਈ ਆਪਣੀ ਕੁਰਬਾਨੀ ਦੇ ਕੇ ਖਾਲਸੇ ਦੀ ਸਿਰਜਣਾ ਵਿੱਚ ਇੱਕ ਅਨੋਖਾ ਰੰਗ ਭਰਿਆ ਔਰ ਇਸ ਸ਼ਹਾਦਤ ਵਿੱਚ ਗੁਰੂ ਸਾਹਿਬ ਤੋਂ ਪਹਿਲਾਂ ਜਾਨ ਨਾਲੋਂ ਪਿਆਰੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਣਾ ਭਰਪੂਰ ਖਾਲਸੇ ਨੂੰ ਪ੍ਰਗਟ ਕਰਕੇ ਕਹਿ ਦਿੱਤਾ ਕਿ ਖਾਲਸਾ ਇੱਕ ਅਕਾਲ ਪੁਰਖ ਦਾ ਸਰੂਪ ਹੈ। ਇਸ ਵਿੱਚ ਉਹ ਸਾਰੇ ਗੁਣ ਹਨ ਜੋ ਗੁਰੂ ਨਾਨਕ ਸਾਹਿਬ ਨੇ ਸਾਡੇ ਲਈ ਦਰਸ਼ਨ ਮਾਰਗ ਕੀਤੇ ਹਨ। ਪਰਿਵਾਰਕ ਮੋਹ ਦੀਆਂ ਤੰਦਾਂ ਨੂੰ ਤੋੜਦਿਆਂ ਪੁੱਤਰਾਂ ਦੀ ਸ਼ਹੀਦੀ ਦਿੱਤੀ। ਆਖਿਰ ਸ਼ਬਦ ਗੁਰੂ ਨੂੰ ਸਦਾ ਲਈ ਸਥਾਪਿਤ ਕਰਕੇ ਦੱਸ ਦਿੱਤਾ ਕਿ ਖਾਲਸੇ ਦੀ ਹਮੇਸ਼ਾ ਲਈ ਅਗਵਾਈ ਸ਼ਬਦ ਗੁਰੂ ਦੀ ਹੀ ਹੋਏਗੀ। ਸੋ ਖਾਲਸੇ ਦੀ ਸਿਰਜਣਾ 10 ਗੁਰੂ ਸਾਹਿਬਾਨ ਨੇ ਕੀਤੀ ਹੈ, ਜਿਸ ਦੀ ਆਰੰਭਤਾ ਵੇਈ ਨਦੀ ਤੋਂ ਹੋਈ ਅਤੇ ਮੁਕੰਮਲਤਾ ਅਨੰਦਪੁਰ ਸਾਹਿਬ ਜਾ ਕੇ ਹੋਈ। ਧੀਰਜ, ਸਹਿਜ, ਵਿਚਾਰ, ਧੀਰਜ, ਕੁਰਬਾਨੀ, ਸੇਵਾ ਤੇ ਗਿਆਨ ਦਾ ਨਾਂ ਦੇ ਕੇ ਖਾਲਸੇ ਰੂਪ ਵਿੱਚ ਪ੍ਰਗਟ ਕੀਤਾ। ਕਿਸੇ ਸ਼ਾਇਰ ਦੇ ਬੜੇ ਪਿਆਰੇ ਬੋਲ ਨੇ, ਸਰ ਬੁਲੰਦੀ ਸਰਫਰੋਸ਼ੀ ਇਨਕਸਾਰੀ ਆਸਤੀ ਇਨਹੀਂ ਕਾ ਯਕ ਯਾਈ ਤੋ ਨਾਮ ਹੈ ਇਹ ਖਾਲਸਾ। ਸਰ ਬੁਲੰਦੀ सरफरोशी इनकसारी आस्ती इन्हीं की यक याई का तो नाम है एक खालसा।